Good morning, students. Chapter number 10 of your English reader book is the Dandi March. Okay, so in this video, we are gonna discuss about the movement initiated by Mahatma Gandhi, that is the Dandi March. So let's start. The Dandi March triggered the movement called Civil Disobedience Movement, which was an important part of Indian freedom struggle. ਡਾਂਡੀ ਮਾਰਚ ਕਹਿੰਦੇ ਉਹ ਮੂਵਮੈਂਟ ਸੀਗੀ ਜਿਹਨੇ ਟ੍ਰਿਗਰ ਕੀਤਾ, ਮਤਲਬ ਕਿਸੇ ਚੀਜ਼ ਨੂੰ ਬੂਸਟ ਕਰਨਾ, ਸਪੀਡ ਅਪ ਕਰਨਾ। ਠੀਕ ਹੈ, ਕਹਿੰਦੇ ਇਹਨੇ ਕੀ ਕੀਤਾ ਸੀਗਾ, ਡਾਂਡੀ ਮਾਰਚ ਨੇ ਬੜਾਵਾ ਦਿੱਤਾ ਇੱਕ ਵੱਡੀ ਮੂਵਮੈਂਟ ਨੂੰ ਜਿਹਦਾ ਨਾਮ ਸੀਗਾ ਸਿਵਲ ਡਿਸਓਬੀਡੀਐਂਸ ਮੂਵਮੈਂਟ। ਠੀਕ ਹੈ, ਅਤੇ ਕਹਿੰਦੇ ਇਹ ਵਾਲੀ ਮੂਵਮੈਂਟ ਜਿਹੜੀ ਸੀਗੀ ਇੰਡੀਅਨ ਫਰੀਡਮ ਸਟਰਗਲ ਦਾ ਇੱਕ ਬਹੁਤ ਹੀ ਅਹਿਮ ਹਿੱਸਾ ਸੀ। ਠੀਕ ਹੈ, the Dandi March or Salt Satyagraha was based on Gandhi's principle of non-violent protest called Satyagraha. Dandi March, in other sense we call it as a Salt Satyagraha. Salt Satyagraha, Dandi March are the same things. ਇਹ ਡਾਂਡੀ ਮਾਰਚ ਅਤੇ ਸੌਲਟ ਸੱਤਿਆਗ੍ਰਹਿ ਸੀਗਾ ਜਿਹੜਾ ਕਹਿੰਦੇ ਕਿ ਇਹ ਗਾਂਧੀ ਜਿਹੜੇ ਸੀਗੇ ਉਹਨਾਂ ਪ੍ਰਿੰਸੀਪਲਸ ਦੇ ਉੱਪਰ ਆਧਾਰਿਤ ਸੀਗੇ ਜਿਨ੍ਹਾਂ ਵਿੱਚ ਦੋ ਚੀਜ਼ਾਂ ਹੁੰਦੀਆਂ ਸੀਗੀਆਂ, ਦੈਟ ਇਜ਼ ਟਰੂਥ ਐਂਡ ਦ ਸੈਕਿੰਡ ਇਜ਼ ਨੋਨ ਵਾਇਲੈਂਸ। ਠੀਕ ਹੈ, ਇੱਕ ਤਾਂ ਉਹ ਸੱਚਾਈ ਵਿੱਚ ਵਿਸ਼ਵਾਸ ਰੱਖਦੇ ਸੀਗੇ ਅਤੇ ਦੂਸਰਾ ਨੋਨ ਵਾਇਲੈਂਸ ਯਾਨੀ ਅਹਿੰਸਾ। ਅਹਿੰਸਾ ਦਾ ਮਤਲਬ ਹੁੰਦਾ ਵਾ ਜਦੋਂ ਆਪਾਂ ਕਿਸੇ ਨਾਲ ਕੋਈ ਵੀ ਲੜਾਈ ਝਗੜਾ ਨਹੀਂ ਕਰਦੇ ਹੈਗੇ ਅਤੇ ਉਹਨੂੰ ਪੀਸਫੁਲੀ ਸੁਲਝਾਉਣ ਦੀ ਕੋਸ਼ਿਸ਼ ਕਰਦੇ ਹਾਂ। In Sanskrit, the word Satya means truth and Agrah means asking for. ਸੱਚਾਈ ਦੇ ਲਈ ਆਖਿਆ ਜਾ ਰਿਹਾ ਸੀਗਾ ਗਾਂਧੀ ਜੀ ਵੱਲੋਂ। ਠੀਕ ਹੈ, ਮਤਲਬ ਉਹ ਜੋ ਕੁਛ ਚਾਹੁੰਦੇ ਸੀਗੇ ਸੱਚਾਈ ਨਾਲ ਪ੍ਰੂਵ ਕਰਨਾ ਚਾਹੁੰਦੇ ਸੀਗੇ, ਐਂਡ ਦੈਟ ਮੂਵਮੈਂਟ ਇਜ਼ ਕਾਲਡ ਸੱਤਿਆਗ੍ਰਹਿ. It is against British salt tax in colonial India. colonial India ਦਾ ਮਤਲਬ ਹੈਗਾ ਕਿ ਜਿਹੜਾ ਭਾਰਤ ਦੇਸ਼ ਸੀਗਾ ਨਾ ਸਾਡਾ, ਉਸ ਸਮੇਂ ਇੱਕ ਕਲੋਨੀ ਬਣਿਆ ਹੋਇਆ ਸੀਗਾ। ਕਲੋਨੀ ਕਿਹਨਾਂ ਦੀ ਬਣਿਆ ਸੀਗਾ? ਅੰਗਰੇਜ਼ਾਂ ਦੀ। ਅੰਗਰੇਜ਼ ਸਟਾਰਟਿੰਗ ਵਿੱਚ ਇੱਥੇ ਵਪਾਰ ਕਰਨ ਆਏ ਸੀਗੇ, ਬਟ ਹੌਲੀ ਹੌਲੀ ਉਹਨਾਂ ਨੇ ਸਾਡੇ ਦੇਸ਼ ਦੇ ਉੱਪਰ ਪੋਲੀਟੀਕਲ ਕੰਟਰੋਲ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਇਹਨਾਂ ਨੂੰ। ਅਤੇ ਕੀ ਕੀਤਾ ਸੀਗਾ, ਹੌਲੀ ਹੌਲੀ ਹਰ ਇੱਕ ਸੋਰਸ ਦੇ ਉੱਪਰੋਂ ਆਪਣਾ ਜਿਹੜਾ ਕੰਟਰੋਲ ਕਰਦੇ ਗਏ। ਉਹਨਾਂ ਦੇ ਵਿੱਚੋਂ ਹੀ ਸੀਗਾ ਇੱਕ ਸੌਲਟ। ਠੀਕ ਹੈ, ਨਮਕ ਜਿਹੜਾ ਸੀਗਾ ਨਾ ਦੇਸ਼ ਦੇ ਵਿੱਚ ਹੀ ਪ੍ਰੋਡਿਊਸ ਹੁੰਦਾ ਸੀ, ਯਾਨੀ ਸਾਡੇ ਦੇਸ਼ ਦਾ ਹੀ ਇੱਕ ਰਿਸੋਰਸ ਸੀਗਾ ਅਤੇ ਉਹਦੇ ਉੱਪਰ ਜਿਹੜਾ ਵਾ ਭਾਰਤ ਵਾਸੀ ਸੀਗੇ ਉਹਨਾਂ ਨੂੰ ਟੈਕਸ ਦੇਣਾ ਪੈਂਦਾ ਸੀ। ਹੁਣ ਆਪਾਂ ਮਾਰਕੀਟ 'ਚੋਂ ਕੋਈ ਚੀਜ਼ ਖਰੀਦਦੇ ਹਾਂ ਨਾ, ਜਦੋਂ ਆਪਾਂ ਉਹਦੇ ਪੈਸੇ ਪੇ ਕਰਦੇ ਹਾਂ ਨਾ, ਅਤੇ ਉਹਦੇ ਵਿੱਚ ਦਾ ਟੈਕਸ ਵੀ ਇਨਕਲੂਡ ਕੀਤਾ ਜਾਂਦਾ ਵਾ। ਠੀਕ ਹੈ, ਅਤੇ ਉਹਨਾਂ ਦਾ ਕਹਿਣਾ ਇਹ ਸੀਗਾ ਕਿ ਜਦ ਕਿ ਇਹ ਚੀਜ਼ ਜਿਹੜੀ ਸਾਡੇ ਦੇਸ਼ ਦੀ ਹੀ ਆ ਅਤੇ ਇਹਦਾ ਟੈਕਸ ਆਪਾਂ ਬ੍ਰਿਟਿਸ਼ ਗਵਰਨਮੈਂਟ ਨੂੰ ਕਿਉਂ ਦਈਏ। ਉਸ ਸਮੇਂ ਭਾਰਤ ਦੀ ਸਰਕਾਰ ਨਹੀਂ ਸੀ ਰਾਜ ਕਰ ਰਹੀ ਸੀ, ਉਦੋਂ ਬ੍ਰਿਟਿਸ਼ ਗਵਰਨਮੈਂਟ ਸੀਗੀ। ਉਹ ਕਹਿ ਰਹੇ ਸੀਗੇ ਕਿ ਜਿਹੜਾ ਰਿਸੋਰਸ ਹੀ ਸਾਡਾ ਵਾ ਉਹਦਾ ਟੈਕਸ ਅਸੀਂ ਦੂਸਰੀ ਗਵਰਨਮੈਂਟ ਨੂੰ ਪੇ ਨਹੀਂ ਕਰ ਸਕਦੇ, ਅਤੇ ਇਸੇ ਕਰਕੇ ਇਨੀਸ਼ੀਏਟ ਕੀਤੀ ਗਈ ਸੀਗੀ ਡਾਂਡੀ ਮਾਰਚ ਮੂਵਮੈਂਟ। ਠੀਕ ਹੈ, ਦ ਕੈਂਪੇਨ ਬਿਗਨ ਵਿਦ ਅ ਸੌਲਟ ਮਾਰਚ ਟੂ ਡਾਂਡੀ। ਕਹਿੰਦੇ ਡਾਂਡੀ ਜਿਹੜਾ ਜਿਸ ਜਗ੍ਹਾ ਦੇ ਉੱਪਰ ਜਾਣਾ ਸੀਗਾ, ਇਹ ਮਾਰਚ ਕਹਿੰਦੇ ਕਿ ਉਹ ਸਟਾਰਟ ਹੋ ਚੁੱਕਾ ਸੀਗਾ। ਜਿਸ ਜਗ੍ਹਾ ਜਾਣਾ ਸੀਗਾ ਉਸ ਕਰਕੇ ਇਹਨੂੰ ਕਿਹਾ ਗਿਆ ਦਾ ਡਾਂਡੀ ਮਾਰਚ। ਔਨ ਮਾਰਚ 12th 1930 Gandhi and 78 male satyagrahis set out on foot for the coastal village of Dandi, that is in the Gujarat. ਕਹਿੰਦੇ ਕਿ ਮਾਰਚ 12 ਨੂੰ 1930 ਦੀ ਗੱਲ ਕਰਦੇ ਪਏ ਆ। ਕਹਿੰਦੇ ਉਦੋਂ ਗਾਂਧੀ ਜੀ ਦੇ ਨਾਲ ਉਹਨਾਂ ਦੇ 78 ਸੱਤਿਆਗ੍ਰਹਿ ਸੀਗੇ, ਮਤਲਬ ਉਹਨਾਂ ਦੇ ਨਾਲ ਜਿਹੜੇ ਇਸ ਮੂਵਮੈਂਟ 'ਚ ਪਾਰਟੀਸਪੇਟ ਕਰ ਰਹੇ ਸੀਗੇ ਸਟਾਰਟਿੰਗ ਵਿੱਚ। ਕਹਿੰਦੇ ਉਹਨਾਂ ਨੇ ਉੱਥੋਂ ਚੱਲਣਾ ਸਟਾਰਟ ਕਰ ਦਿੱਤਾ। ਕਿੱਧਰ ਵੱਲ ਨੂੰ? ਡਾਂਡੀ ਇੱਕ ਪਿੰਡ ਸੀਗਾ ਜਿਹੜਾ ਕਿ ਇੱਕ ਕੋਸਟਲ ਏਰੀਆ ਸੀ। ਕੋਸਟਲ ਏਰੀਆ ਜਿਹੜਾ ਸਮੁੰਦਰੀ ਇਲਾਕਾ ਹੁੰਦਾ ਆ। ਠੀਕ ਹੈ, ਐਂਡ ਇਹ ਜਗ੍ਹਾ ਜਿਹੜੀ ਹੈ ਗੁਜਰਾਤ ਦੇ ਵਿੱਚ ਆ। ਠੀਕ ਹੈ, ਓਵਰ 390 ਕਿਲੋਮੀਟਰਸ ਫਰੋਮ ਦ ਸਟਾਰਟਿੰਗ ਪੁਆਇੰਟ ਐਟ ਸਾਬਰਮਤੀ ਆਸ਼ਰਮ। ਅਤੇ ਕਹਿੰਦੇ ਕਿ ਸਾਬਰਮਤੀ ਆਸ਼ਰਮ ਜਿਹੜਾ ਸੀਗਾ ਨਾ, ਡਾਂਡੀ ਮਾਰਚ ਸਟਾਰਟ ਉੱਥੋਂ ਹੋਇਆ, ਇਹ ਸਟਾਰਟਿੰਗ ਪੁਆਇੰਟ ਸੀਗਾ, ਅਤੇ ਜਿਹੜੀ ਉਹਦੀ ਐਂਡਿੰਗ ਹੋਈ ਦੈਟ ਇਜ਼ ਇਨ ਦ ਵਿਲੇਜ ਡਾਂਡੀ। ਆਲ ਰਾਈਟ, ਓਵਰ 1 ਲੱਖ ਪੀਪਲ ਜੁਆਇਨ ਦਿਸ ਮੂਵਮੈਂਟ। ਅਤੇ ਮੰਨਿਆ ਜਾਂਦਾ ਕਿ 1 ਲੱਖ ਦੇ ਕਰੀਬ ਇਸ ਮੂਵਮੈਂਟ ਨੂੰ ਜਿਹੜਾ ਲੋਕਾਂ ਨੇ ਜੁਆਇਨ ਕੀਤਾ ਸੀ ਉਸ ਸਮੇਂ। ਠੀਕ ਹੈ, first day of march of 21 kilometer ended in village of ਅਸਲਾਲੀ। ਅਸਲਾਲੀ ਨਾਂ ਦੇ ਪਿੰਡ ਦੇ ਵਿੱਚ ਕਹਿੰਦੇ ਕਿ
ਪਹਿਲਾ ਦਿਨ ਜਿਹੜਾ ਸੀਗਾ 21 ਕਿਲੋਮੀਟਰ ਤੱਕ ਇਹ ਮਾਰਚ ਚੱਲੀ ਸੀ ਤੇ ਅਸਲਾਲੀ ਵਿਲੇਜ ਦੇ ਵਿੱਚ ਜਾ ਕੇ ਇਹ ਐਂਡ ਹੋਈ ਸੀ। ਵੇਅਰ ਗਾਂਧੀ ਜੀ ਸਪੋਕ ਟੂ ਦ ਕਰਾਊਡ ਆਫ ਅਬਾਊਟ 4000 ਪੀਪਲ। ਤੇ ਉਸ ਜਗ੍ਹਾ ਦੇ ਉੱਪਰ ਅਸਲਾਲੀ ਪਿੰਡ ਜਿਹੜਾ ਸੀਗਾ ਉੱਥੇ ਜਿਹੜੇ ਗਾਂਧੀ ਜੀ ਸੀਗੇ ਉਹਨਾਂ ਨੇ ਕੀ ਕੀਤਾ ਸੀਗਾ 4000 ਲੋਕਾਂ ਨੂੰ ਸਪੀਚ ਦਿੱਤੀ, ਠੀਕ ਹੈ, ਇਸ ਮੂਵਮੈਂਟ ਦੇ ਬਾਰੇ। March halted at many villages. Villagers welcomed them, beating drums and cymbals. ਕਹਿੰਦੇ ਮਾਰਚ ਜਿਹੜੀ ਸੀਗੀ ਉਹ ਚੱਲ ਰਹੀ ਸੀਗੀ, ਠੀਕ ਹੈ। ਮਾਰਚ ਮੀਨਸ ਜਿਹੜੀ ਉਹ ਕਰਾਊਡ ਚੱਲਦਾ ਜਾ ਰਿਹਾ ਸੀ। ਕਹਿੰਦੇ ਕਾਫੀ ਪਿੰਡਾਂ ਦੇ ਵਿੱਚ ਇਹ ਰੁਕੀ ਅਤੇ ਜਿਹੜੇ ਉੱਥੋਂ ਦੇ ਪਿੰਡ ਵਾਸੀ ਸੀਗੇ ਜਿੱਥੇ ਜਿੱਥੇ ਵੀ ਰੁਕਦੇ ਸੀਗੇ ਉਹ ਉਹਨਾਂ ਦਾ ਵੈਲਕਮ ਕਰਦੇ ਸੀਗੇ, ਡਰਮ ਬੀਟ ਕਰਦੇ ਸੀਗੇ। ਸਿੰਪਾਲਸ ਜਿਹੜੇ ਹੁੰਦੇ ਆ ਇਹ ਹੁੰਦੇ ਜਿਹੜੇ ਉਹ ਪਲੇਟਸ ਨਹੀਂ ਬਰਾਸ ਦੀਆਂ ਲੱਗੀਆਂ ਹੁੰਦੀਆਂ ਅਤੇ ਉੱਪਰ ਉਹ ਇੱਕ ਸਟਿੱਕ ਜਿਹਦੇ ਨਾਲ ਇੱਦਾਂ ਮਾਰਦੇ ਆ, ਠੀਕ ਹੈ। ਇੱਕ ਉਹ ਇੰਸਟਰੂਮੈਂਟ ਹੁੰਦਾ, ਮਿਊਜ਼ੀਕਲ ਇੰਸਟਰੂਮੈਂਟ, ਬਰਾਸ ਦੀਆਂ ਪਲੇਟਸ ਲੱਗੀਆਂ ਹੁੰਦੀਆਂ ਉਹਦੇ ਉੱਪਰ। ਕਹਿੰਦੇ ਇਹਨਾਂ ਨੂੰ ਬੀਟ ਕਰਕੇ ਜਿਹੜਾ ਉਹਨਾਂ ਦਾ ਸਵਾਗਤ ਕੀਤਾ ਗਿਆ। ਗਾਂਧੀ ਜੀ ਗੇਵ ਸਪੀਚਿਸ ਟੂ ਟੈਲ ਪੀਪਲ ਵਾਈ ਦ ਸਾਲਟ ਟੈਕਸ ਵਾਜ਼ ਇਨਹਿਊਮਨ ਐਂਡ ਸਾਲਟ ਸੱਤਿਆਗ੍ਰਹਿ ਵਾਜ਼ ਅਸੈਂਸ਼ੀਅਲ। ਗਾਂਧੀ ਜੀ ਨੇ ਸਪੀਚਿਸ ਮਤਲਬ ਲੋਕਾਂ ਨੂੰ ਦਿੱਤੀਆਂ। ਕਹਿੰਦੇ ਕਿ ਜਿਹੜਾ ਸਾਲਟ ਟੈਕਸ ਆ ਉਹ ਇਨਹਿਊਮਨ ਆ, ਮਤਲਬ ਇਨਸਾਨੀਅਤ ਨਹੀਂ ਇਹਦੇ 'ਚੋਂ ਨਜ਼ਰ ਆ ਰਹੀ। ਕਹਿਣ ਦਾ ਮਤਲਬ ਕਿ ਗਰੀਬ ਲੋਕਾਂ ਨੂੰ ਜਾਂ ਭਾਰਤ ਵਾਸੀਆਂ ਨੂੰ ਲੁੱਟਿਆ ਜਾ ਰਿਹਾ ਆ ਸਾਲਟ ਟੈਕਸ ਦਾ ਕਰਕੇ, ਠੀਕ ਹੈ। ਅਤੇ ਕਹਿੰਦੇ ਕਿ ਜਿਹੜੇ ਸਾਲਟ ਸੱਤਿਆਗ੍ਰਹਿ ਇਸੇ ਕਰਕੇ ਜ਼ਰੂਰੀ ਆ, ਮਤਲਬ ਇਸ ਚੀਜ਼ ਦਾ ਸਾਨੂੰ ਵਿਰੋਧ ਕਰਨਾ ਹੀ ਪੈਣਾ ਆ, ਠੀਕ ਹੈ। ਵਿਲੇਜਰਸ ਪ੍ਰੋਵਾਈਡ ਫੂਡ ਟੂ ਸੱਤਿਆਗ੍ਰਹਿਸ ਐਂਡ ਅ ਪਲੇਸ ਟੂ ਵਾਸ਼ ਐਂਡ ਰੈਸਟ। ਜਿਹੜੇ ਵਿਲੇਜਿਸ ਵਿੱਚ ਜਾਂਦੀ ਸੀਗੀ ਉਹ ਮੂਵਮੈਂਟ ਜਾਂ ਮਾਰਚ, ਠੀਕ ਹੈ, ਉੱਥੋਂ ਦੇ ਜਿਹੜੇ ਪਿੰਡ ਵਾਸੀ ਸੀਗੇ ਉਹਨਾਂ ਨੂੰ ਖਾਣ ਦੇ ਲਈ ਫੂਡ ਦਿੱਤਾ, ਠੀਕ ਹੈ, ਜਗ੍ਹਾ ਦਿੱਤੀ ਵਾਸ਼ ਕਰਨ ਵਾਸਤੇ ਅਤੇ ਰੈਸਟ ਕਰਨ ਵਾਸਤੇ। ਵਿਲੇਜਸ ਗੇਵ ਡੋਨੇਸ਼ਨਸ ਐਂਡ ਰਜਿਸਟਰਸ ਐਜ਼ ਨਿਊ ਸੱਤਿਆਗ੍ਰਹਿਸ। ਮੈਨੀ ਓਫੀਸ਼ੀਅਲਸ ਰਿਜ਼ਾਈਨ ਦੇਅਰ ਜੋਬਸ। ਜਿਹੜੇ ਵਿਲੇਜਰਸ ਸੀਗੇ ਉਹਨਾਂ ਨੇ ਕਈ ਤਰ੍ਹਾਂ ਦੇ ਉਹਨਾਂ ਨੂੰ ਡੋਨੇਸ਼ਨ ਪੈਸੇ ਦਿੱਤੇ ਜਿਸ ਚੀਜ਼ ਦੀ ਵੀ ਉਹਨਾਂ ਨੂੰ ਲੋੜ ਸੀਗੀ ਉਸ ਸਮੇਂ, ਠੀਕ ਹੈ, ਅਤੇ ਆਪਣੇ ਆਪ ਨੂੰ ਵੀ ਉਸ ਮੂਵਮੈਂਟ ਵਿੱਚ ਇਨਕਲੂਡ ਕਰਦੇ ਗਏ ਐਜ਼ ਅ ਸੱਤਿਆਗ੍ਰਹੀਸ, ਠੀਕ ਹੈ। ਮੈਨੀ ਓਫੀਸ਼ੀਅਲਸ ਹੁੰਦੇ ਆ ਜਿਹੜੇ ਵੱਡੀਆਂ ਪੋਸਟਾਂ ਦੇ ਉੱਪਰ ਲੋਕ ਲੱਗੇ ਹੁੰਦੇ ਆ, ਠੀਕ ਹੈ। ਉਸ ਸਮੇਂ ਕੀ ਹੋਇਆ ਸੀਗਾ ਜਦੋਂ ਡਾਂਡੀ ਮਾਰਚ ਸਟਾਰਟ ਕੀਤੀ ਨਾ ਅਤੇ ਗਾਂਧੀ ਜੀ ਦੀਆਂ ਸਪੀਚਿਸ ਦੇ ਇਨਫਲੂਐਂਸ ਵਿੱਚ ਆ ਕੇ, ਉਹਨਾਂ ਦੇ ਅਸਰ ਵਿੱਚ ਆ ਕੇ ਉਹਨਾਂ ਨੂੰ ਲੱਗਾ ਕਿ ਸਾਨੂੰ ਜਿਹੜਾ ਵਾ ਬ੍ਰਿਟਿਸ਼ਰਸ ਦੇ ਨਾਲ ਜਿਹੜਾ ਕੋਆਪਰੇਸ਼ਨ ਨਹੀਂ ਕਰਨਾ ਚਾਹੀਦਾ ਅਤੇ ਉਹਨਾਂ ਓਫੀਸ਼ੀਅਲਸ ਨੇ ਕੀ ਕੀਤਾ ਆਪਣੀਆਂ ਜੋਬਸ ਤੋਂ ਰਿਜ਼ਾਈਨ ਦੇਣਾ ਸ਼ੁਰੂ ਕਰ ਦਿੱਤਾ ਸੀ, ਜਿਹੜੀਆਂ ਕਿ ਗੌਰਮੈਂਟ ਨੇ ਦਿੱਤੀਆਂ ਸੀ, ਬ੍ਰਿਟਿਸ਼ ਗੌਰਮੈਂਟ ਨੇ ਉਹਨਾਂ ਨੂੰ ਦਿੱਤੀਆਂ ਸੀ। ਟੂ ਐਂਡ ਕੋਆਪਰੇਸ਼ਨ ਵਿਦ ਬ੍ਰਿਟਿਸ਼ ਰੂਲ। ਅਤੇ ਇਹ ਜੋਬ ਜਿਹੜੀਆਂ ਰੈਜ਼ੀਗਨੇਸ਼ਨ ਦਿੱਤੇ ਜਾ ਰਹੇ ਸੀਗੇ ਉਹ ਇਸੇ ਕਰਕੇ ਕਿ ਉਹ ਜਿਹੜਾ ਉਹਨਾਂ ਨਾਲ ਕੋਆਪਰੇਟ ਨਹੀਂ ਸੀ ਕਰਨਾ ਚਾਹੁੰਦੇ ਬ੍ਰਿਟਿਸ਼ਰਸ ਦੇ ਨਾਲ। Gandhi ji said, if we are sensible enough, say goodbye to government jobs if it is of judge or a peon. ਗਾਂਧੀ ਜੀ ਨੇ ਕਿਹਾ ਸੀਗਾ, ਕਹਿੰਦੇ ਕਿ ਜੇ ਅਸੀਂ ਸਿਆਣੇ ਹੈਗੇ ਆ ਕੁਛ ਹੱਦ ਤੱਕ ਅਤੇ ਕਹਿੰਦੇ ਕਿ ਸਾਨੂੰ ਜਿਹੜਾ ਵਾ ਇਹਨਾਂ ਗੌਰਮੈਂਟ ਜੋਬਸ ਨੂੰ ਜਿਹੜਾ ਗੁੱਡ ਬਾਏ ਕਰਨਾ ਚਾਹੀਦਾ, ਇਹਨਾਂ ਦਾ ਬਾਈਕਾਟ ਕਰਨਾ ਚਾਹੀਦਾ ਆ, ਭਾਵੇਂ ਕੋਈ ਜੱਜ ਲੱਗਾ ਆ ਅਤੇ ਭਾਵੇਂ ਕੋਈ ਪੀਅਨ ਲੱਗਾ ਹੋਇਆ, ਠੀਕ ਹੈ। Say no for paying taxes, keeping titles or sending children to official schools. ਹੋਰ ਕੀ ਗੱਲ ਉਹਨਾਂ ਨੇ ਕਹੀ ਇਸ ਸਮੇਂ, ਕਹਿੰਦੇ ਕੋਈ ਵੀ ਟੈਕਸ ਆ ਤੁਸੀਂ ਫਾਲਤੂ ਕੋਈ ਪੇ ਨਹੀਂ ਕਰਨਾ ਹੈਗਾ ਇਸ ਗੌਰਮੈਂਟ ਨੂੰ, ਠੀਕ ਹੈ। ਕੋਈ ਟੈਕਸ ਨਹੀਂ ਤੁਸੀਂ ਪੇ ਕਰੋਗੇ ਅਤੇ ਜਿਹੜੇ ਟਾਈਟਲਸ ਦਿੱਤੇ ਗਏ ਸੀਗੇ ਜਿੱਦਾਂ ਰਵਿੰਦਰ ਨਾਥ ਟੈਗੋਰ ਨੂੰ ਦਿੱਤਾ ਗਿਆ ਸੀਗਾ, ਮਹਾਤਮਾ ਗਾਂਧੀ ਨੂੰ ਵੀ ਦਿੱਤਾ ਗਿਆ ਸੀ, ਠੀਕ ਹੈ। ਇਸ ਟਾਈਟਲਸ ਜਿਹੜੇ ਦਿੱਤੇ ਗਏ ਸੀਗੇ ਸਰ ਦਾ ਜਿਵੇਂ ਦਿੱਤਾ ਜਾਂਦਾ ਆ ਉਵੇਂ ਦੇ ਟਾਈਟਲਸ ਜਿਹੜੇ ਆ ਇਹਨਾਂ ਨੇ ਤਿਆਗਣੇ ਸ਼ੁਰੂ ਕਰ ਦਿੱਤੇ, ਠੀਕ ਹੈ। ਸੈਂਡਿੰਗ ਚਿਲਡਰਨਸ ਟੂ ਆਫੀਸ਼ੀਅਲ ਸਕੂਲਸ। ਅਤੇ ਜਿਹੜੇ ਗੌਰਮੈਂਟ ਦੇ ਸਕੂਲ ਸੀਗੇ ਉਹਨਾਂ 'ਚ ਜਿਹੜੇ ਬੱਚੇ ਜਾਂਦੇ ਸੀਗੇ ਅਤੇ ਉਹਨਾਂ ਨੇ ਕਿਹਾ ਸੀ ਆਪਣੇ ਬੱਚੇ ਵੀ ਉੱਥੇ ਨਾ ਭੇਜੋ, ਠੀਕ ਹੈ। ਅਤੇ ਇਸ ਤਰੀਕੇ ਨਾਲ ਸਰਕਾਰ ਦਾ ਇੱਕ ਮਤਲਬ ਉਹਨਾਂ ਨਾਲ ਸਹਿਯੋਗ ਨਹੀਂ ਕੀਤਾ ਗਿਆ, ਉਹਨਾਂ ਦਾ ਵਿਰੋਧ ਕੀਤਾ ਗਿਆ ਇਹ ਸਭ ਚੀਜ਼ਾਂ ਕਰਕੇ, ਠੀਕ ਹੈ। He said that there is nothing to fear or to give up about the war that is going to commence on tomorrow morning or earlier. ਉਹਨਾਂ ਨੇ ਕਿਹਾ, ਕਹਿੰਦੇ ਕਿ ਜਾਂ ਕੱਲ੍ਹ ਦੀ ਸਵੇਰ ਅਤੇ ਜਾਂ ਫਿਰ ਇਸ ਤੋਂ ਵੀ ਜਲਦੀ, ਕਹਿੰਦੇ ਜਦੋਂ ਵੀ ਕਹਿੰਦੇ ਸਾਡੀ ਇਹ ਵਾਰ ਸਟਾਰਟ ਹੋਊਗੀ ਨਾ, ਕਹਿੰਦੇ ਇਹਨੂੰ ਗਿਵ ਅਪ ਨਹੀਂ ਆਪਾਂ ਕਰ ਸਕਦੇ ਅਤੇ ਨਾ ਹੀ ਇਹਦੇ ਤੋਂ ਸਾਨੂੰ ਡਰਨ ਦੀ ਲੋੜ ਆ, ਠੀਕ ਹੈ। If I am arrested before that time,
there are 10 other batches ready to complete the work that we begun। ਕਹਿੰਦੇ ਕਿ ਇਹ ਮਾਰਚ ਜਿਹੜੀ ਮੈਂ ਅੱਜ ਸਟਾਰਟ ਕੀਤੀ ਹੋਈ ਆ, ਗਾਂਧੀ ਜੀ ਕਹਿ ਰਹੇ ਆ, ਕਹਿੰਦੇ ਕਿ ਇਹਦੇ ਵਿੱਚ ਜੇ ਮੰਨ ਲਓ ਕਿ ਮੈਨੂੰ ਸਰਕਾਰ ਅਰੈਸਟ ਵੀ ਕਰ ਲੈਂਦੀ ਆ ਅਤੇ ਕਹਿੰਦੇ ਕਿ 10 ਬੈਚਿਸ ਹੁੰਦੇ ਨਾ, ਇਟ ਜਸਟ ਲਾਈਕ ਅ ਗਰੁੱਪ, ਜਿੱਦਾਂ ਗਰੁੱਪ ਹੁੰਦੇ ਆ ਨਾ ਉਵੇਂ ਹੀ ਆਪਾਂ ਬੈਚਿਸ ਕਹਿ ਸਕਦੇ ਹਾਂ। ਕਹਿੰਦੇ ਇੱਦਾਂ ਦੇ 10 ਹੋਰ ਬੈਚਿਸ ਆ ਜਿਹੜੇ ਆਪਾਂ ਕੰਮ ਸਟਾਰਟ ਕੀਤਾ ਉਹ ਪੂਰਾ ਕਰ ਸਕਣਗੇ ਜੇ ਮੈਨੂੰ ਅਰੈਸਟ ਕਰ ਵੀ ਲਿਆ ਜਾਂਦਾ ਆ। ਠੀਕ ਹੈ। I have faith in the righteousness of our cause and the purity of our weapon। ਕਹਿੰਦੇ ਕਿ ਜੋ ਕਾਰਨ ਆ ਸਾਡੇ ਕੋਲ ਇਹ ਮਾਰਚ ਸਟਾਰਟ ਕਰਨ ਦਾ ਜਾਂ ਫਿਰ ਗਵਰਨਮੈਂਟ ਦੇ ਨਾਲ ਅਸਹਿਯੋਗ ਦੇਣ ਦਾ, ਕਹਿੰਦੇ ਕਿ ਮੈਨੂੰ ਉਹਦੇ ਵਿੱਚ ਵਿਸ਼ਵਾਸ ਆ ਅਤੇ ਮੈਨੂੰ ਉਹ ਚੀਜ਼ ਸਹੀ ਲੱਗਦੀ ਆ। ਕਹਿੰਦੇ ਕਿ ਸਾਡਾ ਜਿਹੜਾ ਹਥਿਆਰ ਉਹਨਾਂ ਦਾ ਕੀ ਸੀਗਾ, ਨੋਨ ਵਾਇਲੈਂਸ ਅਤੇ ਸੱਚਾਈ। ਠੀਕ ਹੈ, ਟਰੁੱਥ। ਕਹਿੰਦੇ ਇਹ ਜਿਹੜੇ ਸਾਡੇ ਵੈਪਨਸ ਆ ਅਤੇ ਇਹਨਾਂ ਦੇ ਵਿੱਚ ਪਿਓਰਿਟੀ ਆ। ਵੇਅਰ ਦਾ ਮੀਨਸ ਆਰ ਕਲੀਨ। ਕਹਿੰਦੇ ਕਿ ਜਿਸ ਤਰੀਕੇ ਨਾਲ ਆਪਾਂ ਇਹ ਮੂਵਮੈਂਟ ਚਲਾ ਰਹੇ ਹਾਂ, ਕਹਿੰਦੇ ਉਹ ਬਿਲਕੁਲ ਸਾਫ਼ ਸੁਥਰੀ ਆ। Their God is undoubtedly present with our blessings। ਅਤੇ ਕਹਿੰਦੇ ਕਿ ਇਹਦੇ ਵਿੱਚ ਕੋਈ ਸ਼ੱਕ ਨਹੀਂ ਆ ਕਿ ਪਰਮਾਤਮਾ ਵੀ ਜਿਹੜਾ ਵਾ ਸਾਡੇ ਨਾਲ ਇਸ ਮੂਵਮੈਂਟ ਦੇ ਵਿੱਚ ਸਾਡਾ ਸਾਥ ਦੇਵੇਗਾ। ਠੀਕ ਹੈ। ਅੱਗੇ ਉਹ ਕੀ ਗੱਲ ਕਰਦੇ ਆ ਸੱਤਿਆਗ੍ਰਹੀ ਬਾਰੇ। ਆ ਸੱਤਿਆਗ੍ਰਹੀ ਵੈਦਰ ਫ੍ਰੀ ਔਰ ਇਨਕਾਰਸੀਰੇਟਿਡ ਇਜ਼ ਈਵਨ ਵਿਕਟੋਰੀਅਸ। ਇੱਕ ਸੱਤਿਆਗ੍ਰਹੀ ਜਿਹੜਾ ਹੁੰਦਾ ਨਾ, ਠੀਕ ਹੈ, ਜਿਹੜਾ ਸੱਤਿਆਗ੍ਰਹਿ ਦੇ ਵਿੱਚ ਪਾਰਟ ਲੈਂਦਾ, ਕਹਿੰਦੇ ਭਾਵੇਂ ਉਹ ਫ੍ਰੀ ਆ ਅਤੇ ਭਾਵੇਂ ਉਹ ਜੇਲ੍ਹ 'ਚ ਬੰਦ ਆ, ਕਹਿੰਦੇ ਆ ਇਜ਼ ਈਵਨ ਵਿਕਟੋਰੀਅਸ। ਕਹਿੰਦੇ ਕਿ ਜਦੋਂ ਉਹ ਸੱਤਿਆਗ੍ਰਹੀ ਬਣ ਗਿਆ ਨਾ ਅਤੇ ਇਹ ਸਮਝ ਲਓ ਕਿ ਉਹਦੀ ਜਿੱਤ ਜਿਹੜੀ ਬਿਲਕੁਲ ਤੈਅ ਆ, ਭਾਵੇਂ ਉਹਨੂੰ ਜੇਲ੍ਹ 'ਚ ਬੰਦ ਕਰ ਦਿੱਤਾ ਅਤੇ ਭਾਵੇਂ ਉਹ ਫ੍ਰੀ ਆ। ਠੀਕ ਹੈ। ਹੀ ਇਜ਼ ਵੈਨਕੁਇਸ਼ਡ ਓਨਲੀ। ਵੈਨਕੁਇਸ਼ ਦਾ ਮਤਲਬ ਹੁੰਦਾ ਕਿਸੇ ਨੂੰ ਹਰਾਉਣਾ, ਡਿਫੀਟ ਕਰਨਾ। ਠੀਕ ਹੈ। ਕਹਿੰਦੇ ਉਹ ਉਦੋਂ ਹੀ ਡਿਫੀਟ ਹੋਊਗਾ ਜਾਂ ਹਾਰੂਗਾ when he forsakes the truth and non-violence and turn a deaf ear to the inner voice। ਕਹਿੰਦੇ ਜਦੋਂ ਉਹ ਸੱਚਾਈ ਐਂਡ ਨੋਨ ਵਾਇਲੈਂਸ, ਅਹਿੰਸਾ ਨੂੰ ਤਿਆਗ ਦੇਵੇਗਾ ਅਤੇ ਬੋਲਾ ਹੋ ਜਾਏਗਾ ਆਪਣੀ ਅੰਦਰ ਦੀ ਆਵਾਜ਼ ਸੁਣਨ ਦੇ ਲਈ। ਕਈ ਵਾਰੀ ਹੁੰਦਾ ਨਾ ਕਿ ਸਾਨੂੰ ਅੰਦਰੋਂ ਫੀਲ ਹੁੰਦਾ ਵਾ ਕਿ ਇਹ ਚੀਜ਼ ਸਹੀ ਆ, ਬਟ ਆਪਾਂ ਬੋਲਦੇ ਨਹੀਂ ਗੇ, ਚੁੱਪ ਕਰ ਜਾਂਦੇ ਹਾਂ। ਆਪਾਂ ਕੀ ਕਰਦੇ ਹਾਂ, ਆਪਾਂ ਆਪਣੇ ਕੰਨ ਬੋਲੇ ਕਰ ਲੈਂਦੇ ਹਾਂ ਕਿ ਅਸੀਂ ਆਪਣੇ ਅੰਦਰ ਦੀ ਆਵਾਜ਼ ਨਹੀਂ ਸੁਣਨਾ ਚਾਹੁੰਦੇ। ਠੀਕ ਹੈ। ਕਹਿੰਦੇ ਉਹ ਇਨਸਾਨ ਡਿਫੀਟ ਹੋ ਸਕਦਾ ਜਿਹੜਾ ਅਹਿੰਸਾ ਨੂੰ ਅਤੇ ਸੱਚਾਈ ਨੂੰ ਛੱਡ ਦਿੰਦਾ ਆ ਅਤੇ ਆਪਣੇ ਅੰਦਰ ਦੀ ਆਵਾਜ਼ ਨਹੀਂ ਸੁਣਦਾ। ਠੀਕ ਹੈ। ਗੋਡ ਬਲੈਸ ਯੂ ਆਲ। ਅਤੇ ਇੰਨੀ ਗੱਲ ਇੰਨਾ ਸਭ ਕੁਛ ਕਹਿ ਕੇ ਮਹਾਤਮਾ ਗਾਂਧੀ ਜੀ ਉਹਨਾਂ ਨੂੰ ਜਿਹੜਾ ਵਾ ਬਲੈਸਿੰਗਸ ਦਿੰਦੇ ਆ। ਠੀਕ ਹੈ। ਕਹਿੰਦੇ ਕਿ ਪਰਮਾਤਮਾ ਤੁਹਾਡੇ ਨਾਲ ਹੈ। ਕੀਪ ਆਫ ਆਲ ਆਬਸਟੇਕਲਸ ਫਰੋਮ ਦਾ ਪਾਥ ਇਨ ਦਾ ਸਟਰਗਲ ਦੈਟ ਬਿਗਿਨਸ ਟੂਮਾਰੋ। ਅਤੇ ਕਹਿੰਦੇ ਕਿ ਕੱਲ੍ਹ ਹੁਣ ਉੱਥੇ ਡਾਂਡੀ ਪਿੰਡ ਵਿੱਚ ਜਾ ਕੇ ਉਹਨਾਂ ਨੇ ਸੌਲਟ ਦਾ ਜਿਹੜਾ ਉਹ ਰੂਲ ਸੀਗਾ ਉਹਨੂੰ ਤੋੜਿਆ ਸੀਗਾ। ਠੀਕ ਹੈ। ਕਹਿੰਦੇ ਕਿ ਜਿਹੜੀ ਕੱਲ੍ਹ ਨੂੰ ਆਪਾਂ ਸਟਰਗਲ ਸਟਾਰਟ ਕਰਨੀ ਆ, ਠੀਕ ਹੈ, ਕਹਿੰਦੇ ਉਸ ਰਸਤੇ ਦੇ ਵਿੱਚ ਜਿਹੜੀਆਂ ਵੀ ਆਬਸਟੇਕਲਸ ਆ ਰਹੀਆਂ ਉਹਨਾਂ ਨੂੰ ਹਟਾ ਦਿਓ ਅਤੇ ਪਰਮਾਤਮਾ ਤੁਹਾਡੇ ਨਾਲ ਆ। ਅਤੇ ਇਹ ਚੀਜ਼ ਕਰਕੇ ਜਿਹੜਾ ਆਪਾਂ ਫੇਰ ਹੀ ਜਿਹੜਾ ਬ੍ਰਿਟਿਸ਼ ਰੂਲ ਤੋਂ ਨਿਜਾਤ ਪਾ ਸਕਦੇ ਹਾਂ। ਮਤਲਬ ਡਾਂਡੀ ਮਾਰਚ ਜਿਹੜਾ ਸੀਗਾ ਨਾ, ਡਾਂਡੀ ਮਾਰਚ ਇੱਕ ਫਸਟ ਸਟੈਪ ਸੀਗਾ ਜਿੱਥੇ ਉਹਨਾਂ ਨੇ ਸਰਕਾਰ ਨਾਲ ਕੋਆਪਰੇਸ਼ਨ ਕਰਨਾ ਬੰਦ ਕਰ ਦਿੱਤਾ ਸੀ।